ਅੱਜ ਪੰਜਾਬ ਦੇ ਜਦੋਂ ਪੂਰੇ ਹੋਂਦ ਨੂੰ ਖਤਰਾ ਪੈਦਾ ਹੋ ਗਿਆ, ਹੋਂਦ ਨੂੰ ਖਤਰੇ ਦੀ ਗੱਲ ਜਦੋਂ ਮੈਂ ਕਰਦਾ ਹਾਂ, ਮੈਂ ਕਹਿੰਦਾ ਵੀ ਪੰਜਾਬ ਦਾ ਪੂਰਾ ਆਰਥਿਕ ਢਾਂਚਾ ਤਹਿਸ ਨਹਿਸ ਹੋਇਆ ਪਿਆ ਔਰ ਪੰਜਾਬ ਦਾ ਰੈਵਨਿਊ 'ਚ ਜਿਸ ਤਰੀਕੇ ਨਾਲ ਲੁੱਟ ਖਸੁੱਟ ਕੀਤੀ ਆ ਅਕਾਲੀਆਂ ਔਰ ਕਾਂਗਰਸੀਆਂ ਦੇ ਨੈਕਸਸ ਨੇ, ਜਿਹਦੇ 'ਚ ਅਫਸਰ ਵੀ ਸ਼ਾਮਿਲ ਹੈ। ਉਸ ਨੈਕਸਸ ਨੂੰ ਰੋਕਣ ਵਾਸਤੇ ਇੱਕ ਪੋਲੀਟੀਕਲ ਜਮਾਤ ਦੀ ਜ਼ਰੂਰਤ ਹੈ, ਜਿਹਨੂੰ ਲੱਗਦਾ ਹੋਪ ਜਿਹੜੀ ਆ ਉਹ ਆਮ ਆਦਮੀ ਪਾਰਟੀ 'ਚ ਦਿਖਦੀ ਹੈ। ਬੀਜੇਪੀ ਦੇ ਵਿੱਚ ਕਿਹੜੀਆਂ ਇਦਾਂ ਦੀਆਂ ਚੀਜ਼ਾਂ ਲੱਗੀਆਂ, ਤੁਸੀਂ ਜਾਂ ਪਾਰਟੀ ਦੇ ਵਿੱਚ ਰਹਿੰਦੇ ਹੋਏ ਕਿਹੜੀਆਂ ਇਦਾਂ ਦੀਆਂ ਚੀਜ਼ਾਂ ਚੱਕਦੇ ਰਹੇ ਜਿਹੜੀਆਂ ਉਹਨਾਂ ਨੇ ਦਰਕਨਾਰ ਕੀਤੀਆਂ, ਸੁਣੀਆਂ ਨਹੀਂ ਤੁਹਾਡੀਆਂ, ਅਣਗੌਲਿਆਂ ਕਰਦੇ? ਦੇਖੋ, ਬੀਜੇਪੀ ਪੰਜਾਬ ਨੂੰ ਪੰਜਾਬ ਦੇ ਇਸ਼ੂਆਂ 'ਤੇ ਫੋਕਸ ਕਰਨਾ ਪਊਗਾ, ਪੰਜਾਬ ਦੇ ਹੱਕ 'ਚ ਬੋਲਣਾ ਪਊਗਾ, ਪੰਜਾਬ ਦੇ ਲੋਕਾਂ ਦੀ ਗੱਲ ਕਰਨੀ ਪਊਗੀ। ਪੰਜਾਬ ਬੀਜੇਪੀ ਦੀ ਯੂਨਿਟ 'ਚ ਬਹੁਤ ਵੱਡਾ ਜਿਹੜਾ ਡਰਾਬੈਕ ਹੈ, ਉਹਨਾਂ ਦੀ ਇਹ ਨਜ਼ਰੀਆ ਹੀ ਨਹੀਂ ਹੈ ਉਹਨਾਂ ਦਾ। ਇਹ ਮੈਂ ਉਹਨਾਂ ਨੂੰ ਔਨ ਰਿਕਾਰਡ ਪੁਆਇੰਟ ਆਊਟ ਕੀਤਾ ਆ। ਇਹੀ ਗੱਲਾਂ ਹੁਣ ਜਿਹੜੇ ਉਹ ਸਾਬਕਾ ਜਿਹੜੇ ਇਹਨਾਂ ਦੇ ਮੰਤਰੀ ਹੈ ਅਨਿਲ ਜੋਸ਼ੀ ਪੁਆਇੰਟ ਆਊਟ ਕਰ ਰਿਹਾ। ਜਿਹੜਾ ਬੰਦਾ ਆਵਾਜ਼ ਚੱਕੇਗਾ ਉਹਦੀ ਦਰਕਨਾਰੀ ਹੋਊਗੀ। ਬੀਜੇਪੀ ਦਾ ਵੀ ਇਹੀ ਫੰਡਾ ਹੈਗਾ, ਉੱਥੇ ਵੀ ਇਹੀ ਚੀਜ਼ਾਂ ਨੇ। ਜਿਹੜੇ ਜੀ ਕਰਨਗੇ ਉਹਨਾਂ ਨੂੰ ਅਹੁਦੇ ਵੀ ਮਿਲਣਗੇ, ਜਿਹੜੇ ਜੀ ਨਹੀਂ ਕਰਨਗੇ, ਗੱਲ ਰੱਖਣਗੇ ਅੱਗੇ, ਉਹਨਾਂ ਨੂੰ ਸਾਈਡ ਤੇ ਕੀਤਾ ਜਾਵੇ। ਪੋਲੀਟੀਕਲ ਕਲਚਰ ਇਹਨਾਂ ਰਿਵਾਇਤੀ ਪਾਰਟੀਆਂ ਦਾ ਇਹੋ ਜਿਹਾ ਹੋ ਗਿਆ ਵੀ ਜੇ ਤੁਸੀਂ ਉਹਨਾਂ ਦੀ ਹੁਕਮ ਅਦੂਲੀ ਨਹੀਂ ਕਰਦੇ, ਜੇ ਹੁਕਮ ਦੇ ਗੁਲਾਮ ਨਹੀਂ ਬਣਦੇ, ਤੇ ਤੁਹਾਨੂੰ ਉਹਨਾਂ ਨੇ ਆਪਣੀ ਆਰਗੇਨਾਈਜੇਸ਼ਨ ਤੋਂ ਜਾਂ ਸਰਕਾਰ ਤੋਂ ਬਾਹਰ ਕਰਨਾ ਹੈ। ਇਹ ਤੇ ਉਦਾਹਰਣ ਹੈ ਸਾਰਿਆਂ 'ਚ। ਬੀਜੇਪੀ ਜਿਹੜੀ ਪਾਰਟੀ ਵਿਦ ਡਿਫਰੈਂਸ ਕਹਿੰਦੀ ਸੀ ਆਪਣੀ, ਉਹ ਪਾਰਟੀ ਸੈਂਟਰਲਾਈਜ਼ ਹੋ ਗਈ। ਸੱਤਾ ਦਾ ਨਸ਼ਾ, ਸੱਤਾ ਦਾ ਹੰਕਾਰ ਜਿਹੜਾ ਆ, ਉਹ ਮੋਦੀ ਸਾਹਿਬ ਜਿਹੜੇ ਪ੍ਰਧਾਨ ਮੰਤਰੀ, ਜਿਹੜੇ ਲੋਕਾਂ ਪ੍ਰਾਈਮ ਮਿਨਿਸਟਰ ਸਾਰਿਆਂ ਦਾ ਪ੍ਰਾਈਮ ਮਿਨਿਸਟਰ ਹੁੰਦਾ, ਕਿਸੇ ਇੱਕ ਜਮਾਤ ਦਾ ਨਹੀਂ ਹੁੰਦਾ ਜਦੋਂ ਇਲੈਕਟਡ ਹੋ। ਉਹ ਹੰਕਾਰ ਹੈ 7ਵੇਂ ਅਸਮਾਨ 'ਤੇ। ਇਹ ਵੀ ਸਾਨੂੰ ਗੱਲਾਂ ਪਤਾ ਲੱਗਦੀਆਂ ਕਿ ਬੀਜੇਪੀ ਦੇ ਏਜੰਡੇ ਤੇ ਪੰਜਾਬ ਤਾਂ ਹੈ ਹੀ ਨਹੀਂ। ਜੇ ਪੰਜਾਬ ਤੋਂ ਕੋਈ ਲੀਡਰਸ਼ਿਪ ਜਾਂਦੀ ਹੈ ਨਾ, ਉਹਨਾਂ ਨੂੰ ਦਰਕਨਾਰ ਕਰਕੇ ਭੇਜ ਦੇਵੇ। ਕਿੱਡੀ ਸਟੇਟ ਤੁਹਾਡੀ ਇਹ ਤੇ ਬਿਲਕੁਲ ਸਹੀ ਗੱਲ ਹੈ ਤੁਹਾਡੀ ਵੀ ਪੰਜਾਬ ਉਹਨਾਂ ਦੇ ਏਜੰਡੇ ਤੇ ਨਹੀਂ ਹੈ। ਪੰਜਾਬ ਦੀ ਬਰਬਾਦੀ ਕਿਸ ਤਰ੍ਹਾਂ ਕਰਨੀ ਹੈ, ਇਹ ਏਜੰਡੇ ਤੇ ਹੈਗਾ। ਪੰਜਾਬ ਦੇ ਜਿਹੜੇ ਲੋਕਾਂ ਦੀ ਖੁਸ਼ਹਾਲੀ ਹੈ, ਉਹਨੂੰ ਕਿਸ ਤਰ੍ਹਾਂ ਇੱਕ ਗੁਲਾਮ ਬਣਾਉਣਾ ਹੈ ਕੁਝ ਲੋਕਾਂ ਦੇ, ਇਹ ਉਹਨਾਂ ਦੇ ਏਜੰਡੇ ਤੇ ਆ। ਤੁਹਾਡੇ ਸੀਨੀਅਰ ਆਗੂ ਰਹੇ ਹਰਜੀਤ ਗਰੇਵਾਲ ਜਾਂ ਫਿਰ ਸੁਰਜੀਤ ਕੁਮਾਰ ਜਾਣੀ, ਉਹ ਲਗਾਤਾਰ ਕਿਸਾਨਾਂ ਦੇ ਖਿਲਾਫ ਬੋਲ ਰਹੇ ਨੇ। ਉਹ ਲਗਾਤਾਰ ਉਹਨਾਂ ਨੂੰ ਮਾੜਾ ਕਹਿ ਰਹੇ ਨੇ। ਉਹ ਕਹਿੰਦੇ ਨੇ ਆਪਣੇ ਨਿੱਜੀ ਮਫਾਦਾਂ ਕਰਕੇ ਨੁਕਸਾਨ ਕਰਾ ਰਹੇ ਨੇ ਪੂਰੇ ਪੰਜਾਬ ਦਾ। ਹਰਜੀਤ ਗਰੇਵਾਲ ਹੁਣ ਦਾ ਜਿਸ ਤੱਕ ਤਾਲੁਕ ਹੈ, ਉਹ ਸਿਰਫ ਤੇ ਸਿਰਫ ਸੁਰਖੀਆਂ 'ਚ ਰਹਿਣ ਵਾਸਤੇ, ਆਪਣੀ ਇੰਪੋਰਟੈਂਸ ਬਣਾਉਣ ਵਾਸਤੇ, ਕਿਉਂਕਿ ਉਹ ਭਾਜਪਾ 'ਚ ਪਿਛਲੇ ਲੰਮੇ ਸਮੇਂ ਤੋਂ ਉਹਨਾਂ ਨੂੰ ਕੋਈ ਉਹਨਾਂ ਦੀ ਪੁੱਛ ਪੜਤਾਲ ਨਹੀਂ ਹੋ ਰਹੀ ਸੀ। ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹੋ ਤੁਸੀਂ। ਇਸ ਵਕਤ ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ। ਪੰਜਾਬ ਦੀ ਸਿਆਸਤ 2022 ਦੇ ਮੁਤਲਕ ਇਸ ਵੇਲੇ ਵੱਖ-ਵੱਖ ਬਦਲਾਅ ਉਹਦੇ ਦੇਖਣ ਨੂੰ ਮਿਲ ਰਹੇ ਨੇ। ਵੱਖ-ਵੱਖ ਸਿਆਸੀ ਧਿਰਾਂ ਦੇ ਵਿੱਚ ਵੱਖ-ਵੱਖ ਲੋਕ ਸ਼ਾਮਿਲ ਹੋ ਰਹੇ ਨੇ। ਦਲ ਬਦਲਣ ਦੀ ਜਿਹੜੀ ਰੀਤ ਹੈ, ਉਹ ਅਕਸਰ ਅਸੀਂ ਦੇਖਦੇ ਹਾਂ ਚੋਣਾਂ ਤੋਂ ਪਹਿਲਾਂ ਹੁੰਦੀ ਹੈ। ਇੱਕ ਵਾਰ ਫਿਰ ਆਮ ਆਦਮੀ ਪਾਰਟੀ ਦੇ ਵਿੱਚ ਇੱਕ ਹੋਰ ਵਿਅਕਤੀ ਸ਼ਾਮਿਲ ਹੋਏ ਨੇ। ਇਸ ਵਾਰ ਭਾਜਪਾ ਦਾ ਪੱਲਾ ਛੱਡਿਆ। ਮਲਵਿੰਦਰ ਸਿੰਘ ਕੰਗ ਸਾਡੇ ਨਾਲ ਨੇ। ਗੱਲਬਾਤ ਕਰਨੀ ਹੈ, ਸਮਝਣਾ ਹੈਗਾ ਕਿ ਕਿਹੜੀਆਂ ਚੀਜ਼ਾਂ ਭਾਜਪਾ ਦੀਆਂ ਚੰਗੀਆਂ ਨਹੀਂ ਲੱਗੀਆਂ, ਜਾਂ ਫਿਰ ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਭਾਜਪਾ ਦੀ ਦਰਕਨਾਰੀ ਹੋ ਰਹੀ ਹੈ ਲੋਕਾਂ ਦੇ ਵੱਲੋਂ, ਕਿਉਂਕਿ ਖੇਤੀ ਕਾਨੂੰਨਾਂ ਕਰਕੇ ਲਗਾਤਾਰ ਲੋਕਾਂ ਦੇ ਵਿੱਚ ਰੋਹ ਹੈਗਾ, ਕਿ ਉਹ ਕਾਰਨ ਰਿਹਾ ਹੈਗਾ। ਭਾਜੀ, ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਹੋ, ਸਭ ਤੋਂ ਵੱਡਾ ਕਾਰਨ ਕੀ ਰਿਹਾ? ਦੇਖੋ, ਸਭ ਤੋਂ ਵੱਡਾ ਕਾਰਨ ਇਹ ਆ, ਇੱਕ ਤਾਂ ਮੈਂ ਜਿਸ ਦਿਨ ਜਦੋਂ ਦੀ ਪੋਲੀਟੀਕਲ ਜਾਂ ਸੋਸ਼ਲ ਐਕਟਿਵਿਜ਼ਮ ਨਾਲ ਜੁੜਿਆ ਪਿਛਲੇ 15-18 ਸਾਲ ਤੋਂ, ਮੈਂ ਹਮੇਸ਼ਾ ਇਸ ਗੱਲ ਦਾ ਹਾਮੀ ਰਿਹਾ ਵੀ ਸਾਨੂੰ ਰਾਜਨੀਤੀ ਕਰਨੀ ਚਾਹੀਦੀ ਹੈ। ਅੱਜ ਜਦੋਂ ਸਾਰਾ ਸਿਨੈਰੀਓ ਆਪਾਂ ਪੰਜਾਬ ਦਾ ਦੇਖਦੇ ਹਾਂ, ਰਾਜਨੀਤਿਕ ਪਾਰਟੀਆਂ ਦੀ ਕ੍ਰੈਡੀਬਿਲਿਟੀ ਦੇਖਦੇ ਹਾਂ, ਮੌਜੂਦਾ ਸਰਕਾਰ ਦੀ ਅਕਾਊਂਟੇਬਿਲਿਟੀ ਦੇਖਦੇ ਹਾਂ, ਤੇ ਸਾਰੇ ਪਾਸੇ ਨਿਰਾਸ਼ਾ ਹੈ। ਹੋਪ ਕੀ ਹੈ? ਹੋਪ ਲੈ ਦੇ ਕੇ ਜਦੋਂ ਅਸੀਂ ਦੇਖਦੇ ਹਾਂ, ਆਮ ਆਦਮੀ ਪਾਰਟੀ ਇੱਕ ਤੇ ਐਕਟਿਵਿਜ਼ਮ 'ਚੋਂ, ਇੱਕ ਅੰਦੋਲਨ 'ਚੋਂ ਨਿਕਲੀ ਆ। ਜਦੋਂ ਉਹਨਾਂ ਨੂੰ ਦਿੱਲੀ ਦੇ ਲੋਕਾਂ ਨੇ ਸਰਕਾਰ ਬਣਾਉਣ ਦਾ ਮੌਕਾ ਦਿੱਤਾ, ਤੇ ਅਰਵਿੰਦ ਕੇਜਰੀਵਾਲ ਸਾਹਿਬ ਨੇ ਉੱਥੇ ਗਵਰਨੈਂਸ ਦੇ ਨਾਂ 'ਤੇ ਲੋਕਾਂ ਦੇ ਪ੍ਰਤੀ ਜਵਾਬਦੇਹ ਸਰਕਾਰ ਚਲਾ ਕੇ ਵਿਖਾਈ। ਅੱਜ ਪੰਜਾਬ ਦੇ ਜਦੋਂ ਪੂਰੇ ਹੋਂਦ ਨੂੰ ਖਤਰਾ ਪੈਦਾ ਹੋ ਗਿਆ, ਹੋਂਦ ਨੂੰ ਖਤਰੇ ਦੀ ਗੱਲ ਜਦੋਂ ਮੈਂ ਕਰਦਾ ਹਾਂ, ਮੈਂ ਕਹਿੰਦਾ ਵੀ ਪੰਜਾਬ ਦਾ ਪੂਰਾ ਆਰਥਿਕ ਢਾਂਚਾ ਤਹਿਸ ਨਹਿਸ ਹੋਇਆ ਪਿਆ। ਚਾਹੇ ਤੁਸੀਂ ਪੱਤਰਕਾਰ ਵੀ ਹੋ, ਚਾਹੇ ਮੈਂ ਪੋਲੀਟੀਕਲ ਐਕਟਿਵਿਸਟ ਹਾਂ, ਅਸੀਂ ਸਾਰੇ ਇਹ ਗੱਲ ਸੋਚਦੇ ਹਾਂ, ਆਫ ਦਾ ਰਿਕਾਰਡ ਸੋਚੀਏ, ਔਨ ਦਾ ਰਿਕਾਰਡ ਸੋਚੀਏ। ਪੰਜਾਬ ਦਾ ਜਿਹੜਾ ਨੌਜਵਾਨ ਹੈ, ਜਿਹੜਾ ਦਿਮਾਗ ਹੈ, ਉਹ ਸਾਡਾ ਮਾਈਗ੍ਰੇਟ ਹੋ ਰਿਹਾ ਨਿਰਾਸ਼ਾ ਦੇ ਨਾਲ। ਪੰਜਾਬ ਦਾ ਜਿਹੜਾ ਬੇਸ ਹੈ ਇਕੋਨਮੀ ਦਾ, ਉਹ ਖੇਤੀਬਾੜੀ ਆ। ਉਹ ਖੇਤੀਬਾੜੀ ਅੰਨਦਾਤਾ ਸਾਡਾ 1 ਸਾਲ ਤੋਂ ਦਿੱਲੀ 'ਚ ਬੈਠਾ, ਉਹਨੂੰ ਵੀ ਇੱਕ ਮਾਡਲ ਦੇਣ ਦੀ ਲੋੜ ਹੈ, ਪੰਜਾਬ ਦੀ ਖੇਤੀਬਾੜੀ ਨੂੰ ਵੀ। ਔਰ ਪੰਜਾਬ ਦਾ ਰੈਵਨਿਊ 'ਚ ਜਿਸ ਤਰੀਕੇ ਨਾਲ ਲੁੱਟ ਖਸੁੱਟ ਕੀਤੀ ਆ ਅਕਾਲੀਆਂ ਔਰ ਕਾਂਗਰਸੀਆਂ ਦੇ ਨੈਕਸਸ ਨੇ, ਜਿਹਦੇ 'ਚ ਅਫਸਰ ਵੀ ਸ਼ਾਮਿਲ ਹੈ, ਉਸ ਨੈਕਸਸ ਨੂੰ ਰੋਕਣ ਵਾਸਤੇ
ਇੱਕ ਪੋਲੀਟੀਕਲ ਜਮਾਤ ਦੀ ਜ਼ਰੂਰਤ ਹੈ ਜਿਹਨੂੰ ਲੱਗਦਾ ਹੋਪ ਜਿਹੜੀ ਆ ਉਹ ਆਮ ਆਦਮੀ ਪਾਰਟੀ 'ਚ ਦਿਖਦੀ ਹੈ, ਜਿਹਦੇ 'ਚ ਆਮ ਸਧਾਰਨ ਲੋਕ ਆਉਂਦੇ ਆ, ਜਿਹੜੇ ਲੋਕਾਂ ਦੇ ਪ੍ਰਤੀ ਜਵਾਬਦੇਹ ਹੈ, ਜਿਹਨੇ ਸਰਕਾਰ ਚਲਾ ਕੇ ਵੀ ਲੋਕਾਂ ਨੂੰ ਦਿਖਾਤਾ, ਜਿਹੜੀ ਚਾਹੁੰਦੀ ਆ ਵੀ ਆਮ ਸਧਾਰਨ ਜਿਹੜਾ ਨਾਗਰਿਕ ਉਹਦਾ ਭਲਾ ਹੋ ਸਕੇ। ਸੋ ਪੰਜਾਬ ਦੀ ਹੋਂਦ ਨੂੰ ਅਗਰ ਆਪਾਂ ਬਚਾਉਣਾ ਹੈ, ਪੰਜਾਬ 'ਚ ਇੱਕ ਜਵਾਬਦੇਹ ਵਾਲੀ ਪੋਲੀਟੀਕਲ ਜਮਾਤ ਨੂੰ ਖੜਾ ਕਰਨਾ ਪਊਗਾ, ਉਹਦੇ ਨਾਲ ਹੱਲ ਲੱਭਣਾ ਪੈਣਾ ਕੋਈ ਨਾ ਕੋਈ ਹੱਲ ਲੱਭਣਾ ਪੈਣਾ। ਬਾਈ ਸਭ ਤੋਂ ਵੱਡੀ ਗੱਲ ਇਹ ਕਿ ਜਿਵੇਂ ਮੈਂ ਸ਼ੁਰੂਆਤ ਦੇ ਵਿੱਚ ਕਿਹਾ ਕਿ ਬੀਜੇਪੀ ਨੂੰ ਲੈ ਕੇ ਮੁਖਾਲਫਤ ਬਹੁਤ ਹੈ ਲੋਕਾਂ ਦੇ ਵਿੱਚ, ਬਹੁਤ ਨਿਰਾਸ਼ਾ ਹੈਗੀ ਹੈ, ਕਿਉਂਕਿ ਜਿਸ ਤਰੀਕੇ ਨਾਲ ਤੁਸੀਂ ਵੀ ਜ਼ਿਕਰ ਕੀਤਾ ਕਿ ਕਿੰਨਾ ਸਮਾਂ ਹੋ ਗਿਆ ਕਿਸਾਨਾਂ ਨੂੰ ਦਿੱਲੀ ਦੀਆਂ ਸਰਹੱਦਾਂ ਤੇ ਬੈਠਿਆਂ ਨੂੰ, ਬਰੂਹਾਂ ਤੇ ਬੈਠਿਆਂ ਨੂੰ ਦਰਕਨਾਰੀ ਹੋ ਰਹੀ ਹੈ ਉਹਨਾਂ ਦੀ ਵੀ। ਇਸ ਤਰੀਕੇ ਨਾਲ 1 ਮਹੀਨਾ ਘਰੋਂ ਬਾਹਰ ਵੀ ਰਹਿਣਾ ਬਹੁਤ ਮੁਸ਼ਕਿਲ ਹੁੰਦਾ, ਜਿਸ ਤਰੀਕੇ ਨਾਲ ਉਹ 7 ਮਹੀਨੇ ਤੱਕ ਰਹਿ ਚੁੱਕੇ ਨੇ, ਹੁਣ ਉਸ ਤੋਂ ਵੀ ਅੱਗੇ ਸਮਾਂ ਚੱਲ ਰਿਹਾ। ਬੀਜੇਪੀ ਦੇ ਵਿੱਚ ਕਿਹੜੀਆਂ ਇਦਾਂ ਦੀਆਂ ਚੀਜ਼ਾਂ ਲੱਗੀਆਂ, ਤੁਸੀਂ ਜਾਂ ਪਾਰਟੀ ਦੇ ਵਿੱਚ ਰਹਿੰਦੇ ਹੋਏ ਕਿਹੜੀਆਂ ਇਦਾਂ ਦੀਆਂ ਚੀਜ਼ਾਂ ਚੱਕਦੇ ਰਹੇ ਜਿਹੜੀਆਂ ਉਹਨਾਂ ਨੇ ਦਰਕਨਾਰ ਕੀਤੀਆਂ, ਸੁਣੀਆਂ ਨਹੀਂ ਤੁਹਾਡੀਆਂ, ਅਣਗੌਲਿਆਂ ਕਰ ਦਿੱਤੀਆਂ? ਦੇਖੋ, ਮੈਂ ਤੁਹਾਨੂੰ ਦੱਸਦਾ, ਬੀਜੇਪੀ 'ਚ ਜਦੋਂ ਉਹਨਾਂ ਦੀ ਡਿਸੀਜਨ ਮੇਕਿੰਗ 'ਚ ਮੈਂ ਮਾਰਚ 2020 'ਚ ਆਇਆ, ਅਕਤੂਬਰ 'ਚ ਮੈਂ ਛੱਡਤਾ। ਉਸ ਤੋਂ ਪਹਿਲਾਂ ਮੈਂ ਉਹਨਾਂ ਦੀ ਡਿਸੀਜਨ ਮੇਕਿੰਗ ਦਾ ਹਿੱਸਾ ਨਹੀਂ ਸੀ, ਕਿਉਂਕਿ ਨਿਚਲੇ ਲੈਵਲ ਦੇ ਵਰਕਰ ਸੀ ਨਾ, ਸਾਨੂੰ ਕੀ ਪਤਾ ਕੀ ਹੋ ਰਿਹਾ। ਲੇਕਿਨ ਉਹ 6 ਮਹੀਨਿਆਂ 'ਚ ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਹੈ, ਉਹ ਜਿਹਨੂੰ ਮੈਂ ਪੁਆਇੰਟ ਆਊਟ ਵੀ ਕੀਤਾ ਕਈ ਵਾਰ, ਵੀ ਬੀਜੇਪੀ ਪੰਜਾਬ ਨੂੰ ਪੰਜਾਬ ਦੇ ਇਸ਼ੂਆਂ 'ਤੇ ਫੋਕਸ ਕਰਨਾ ਪਊਗਾ, ਪੰਜਾਬ ਦੇ ਹੱਕ 'ਚ ਬੋਲਣਾ ਪਊਗਾ, ਪੰਜਾਬ ਦੇ ਲੋਕਾਂ ਦੀ ਗੱਲ ਕਰਨੀ ਪਊਗੀ। ਚਾਹੇ ਗੁਜਰਾਤ ਵਾਲਾ ਗੁਜਰਾਤ ਦੀ ਗੱਲ ਕਰਦਾ, ਜਦੋਂ ਬਿਹਾਰ ਵਾਲਾ ਬਿਹਾਰ ਦੀ ਕਰਦਾ ਹੈ, ਤਾਂ ਵੈਸਟ ਬੰਗਾਲ ਵਾਲਾ ਬੰਗਾਲੀ ਵਾਲਾ ਬੰਗਾਲ ਦੀ ਕਰਦਾ, ਤੇ ਪੰਜਾਬ ਵਾਲੇ ਪੰਜਾਬ ਦੀ ਕਿਉਂ ਨਾ ਕਰੇ। ਪੰਜਾਬ ਬੀਜੇਪੀ ਦੀ ਯੂਨਿਟ 'ਚ ਬਹੁਤ ਵੱਡਾ ਜਿਹੜਾ ਡਰਾਬੈਕ ਹੈ, ਉਹਨਾਂ ਦੀ ਇਹ ਨਜ਼ਰੀਆ ਹੀ ਨਹੀਂ ਹੈ ਉਹਨਾਂ ਦਾ। ਇਹ ਮੈਂ ਉਹਨਾਂ ਨੂੰ ਔਨ ਰਿਕਾਰਡ ਪੁਆਇੰਟ ਆਊਟ ਕੀਤਾ ਆ। ਇਹੀ ਗੱਲਾਂ ਹੁਣ ਜਿਹੜੇ ਉਹ ਸਾਬਕਾ ਜਿਹੜੇ ਇਹਨਾਂ ਦੇ ਮੰਤਰੀ ਹੈ ਅਨਿਲ ਜੋਸ਼ੀ ਪੁਆਇੰਟ ਆਊਟ ਕਰ ਰਿਹਾ। ਅਨਿਲ ਜੋਸ਼ੀ ਨੂੰ ਇਸੇ ਕਰਕੇ ਉਹਨਾਂ ਨੇ ਕਿਹਾ ਵੀ ਜਵਾਬ ਦਿਓ, ਨੋਟਿਸ ਜਾਰੀ ਕਰ। ਤਾਂ ਮੈਂ ਉਹੀ ਤਾਂ ਕਹਿ ਰਿਹਾ, ਜਿੰਨਾ ਚਿਰ ਇਹ ਜਿਹੜੇ ਅਸੀਂ ਸੂਬੇ 'ਚ ਰਹਿੰਦੇ ਹਾਂ, ਜਿਹੜੇ ਲੋਕਾਂ 'ਚ ਅਸੀਂ ਵਿਚਰਦੇ ਹਾਂ, ਉਹਨਾਂ ਦੇ ਸਾਰੋਕਾਰਾਂ 'ਤੇ ਫੋਕਸ ਹੋ ਕੇ ਉਹਨਾਂ ਨੂੰ ਅਸੀਂ ਪ੍ਰਾਇੋਰਟੀ 'ਤੇ ਨਹੀਂ ਰੱਖਾਂਗੇ, ਤੇ ਉੱਥੇ ਸਾਡਾ ਕਿਸੇ ਤਰ੍ਹਾਂ ਦਾ ਵੀ ਜਿਹੜਾ ਹੋਂਦ ਨਹੀਂ ਬਣ ਸਕਦੀ। ਤਾਂ ਲੱਗਦਾ ਕਿ ਜਿਹੜਾ ਬੰਦਾ ਆਵਾਜ਼ ਚੱਕੇਗਾ ਉਹਦੀ ਦਰਕਨਾਰੀ ਹੋਊਗੀ। ਬੀਜੇਪੀ ਦਾ ਵੀ ਇਹੀ ਫੰਡਾ ਹੈਗਾ, ਉੱਥੇ ਵੀ ਇਹੀ ਚੀਜ਼ਾਂ ਨੇ, ਜਿਹੜੇ ਜੀ ਕਰਨਗੇ ਉਹਨਾਂ ਨੂੰ ਅਹੁਦੇ ਵੀ ਮਿਲਣਗੇ, ਜਿਹੜੇ ਜੀ ਨਹੀਂ ਕਰਨਗੇ ਗੱਲ ਰੱਖਣਗੇ ਅੱਗੇ ਉਹਨਾਂ ਨੂੰ ਸਾਈਡ ਤੇ ਕੀਤਾ ਜਾਊ। ਇਹ ਤੇ ਬੜੀ ਅਨਫੋਰਚੂਨੇਟ ਗੱਲ ਹੈ ਵੀ ਪੋਲੀਟੀਕਲ ਕਲਚਰ ਇਹਨਾਂ ਰਿਵਾਇਤੀ ਪਾਰਟੀਆਂ ਦਾ ਇਹੋ ਜਿਹਾ ਹੋ ਗਿਆ ਵੀ ਜੇ ਤੁਸੀਂ ਉਹਨਾਂ ਦੀ ਹੁਕਮ ਅਦੋਲੀ ਨਹੀਂ ਕਰਦੇ, ਜੇ ਹੁਕਮ ਦੇ ਗੁਲਾਮ ਨਹੀਂ ਬਣਦੇ, ਤੇ ਤੁਹਾਨੂੰ ਉਹਨਾਂ ਨੇ ਆਪਣੀ ਆਰਗੇਨਾਈਜੇਸ਼ਨ ਤੋਂ ਜਾਂ ਸਰਕਾਰ ਤੋਂ ਬਾਹਰ ਕਰਨਾ ਹੈ। ਇਹ ਤੇ ਉਦਾਹਰਣ ਹੈ ਸਾਰਿਆਂ 'ਚ। ਵੈਸੇ ਬੀਜੇਪੀ ਦੀ ਮਾਨਸਿਕਤਾ ਕੀ ਲੱਗ ਰਹੀ ਹੈ ਇਸ ਵੇਲੇ? ਤੁਸੀਂ ਤਾਂ ਵਿੱਚ ਰਹਿ ਕੇ ਆਏ ਹੋ, ਹੁਣ ਤੱਕ ਖੁੱਲ੍ਹ ਕੇ ਬੋਲ ਸਕਦੇ ਹੋ, ਕੀ ਚਾਹੁੰਦੇ ਕੀ ਹੈ ਬੀਜੇਪੀ? ਮੈਂ ਪਹਿਲਾਂ ਵੀ ਖੁੱਲ੍ਹ ਕੇ ਹੀ ਬੋਲਦਾ ਸੀ, ਸ਼ਾਇਦ ਆਪਣਾ ਭੋਗਲ ਸਾਹਿਬ ਤੁਹਾਡੇ ਨਾਲ ਮੇਰਾ ਨਹੀਂ ਵਾਹ ਪੈ ਪਾਇਆ, ਮੈਂ ਵਿੱਚ ਰਹਿ ਕੇ ਹੀ ਬੋਲਦਾ ਸੀ। ਗੱਲ ਇਹ ਆ ਵੀ ਬੀਜੇਪੀ ਜਿਹੜੀ ਪਾਰਟੀ ਵਿਦ ਡਿਫਰੈਂਸ ਕਹਿੰਦੀ ਸੀ ਆਪਣੇ, ਉਹ ਪਾਰਟੀ ਸੈਂਟਰਲਾਈਜ਼ ਹੋ ਗਈ ਹੈ। ਸੱਤਾ ਦਾ ਨਸ਼ਾ, ਸੱਤਾ ਦਾ ਹੰਕਾਰ ਜਿਹੜਾ ਆ, ਉਹ ਮੋਦੀ ਸਾਹਿਬ ਜਿਹੜੇ ਪ੍ਰਧਾਨ ਮੰਤਰੀ, ਜਿਹੜੇ ਲੋਕਾਂ ਪ੍ਰਾਈਮ ਮਿਨਿਸਟਰ ਸਾਰਿਆਂ ਦਾ ਪ੍ਰਾਈਮ ਮਿਨਿਸਟਰ ਹੁੰਦਾ, ਕਿਸੇ ਇੱਕ ਜਮਾਤ ਦਾ ਨਹੀਂ ਹੁੰਦਾ ਜਦੋਂ ਇਲੈਕਟਡ ਹੋਈ, ਉਹ ਹੰਕਾਰ ਹੈ 7ਵੇਂ ਅਸਮਾਨ 'ਤੇ, ਔਰ ਪਾਰਟੀ 2 ਲੋਕਾਂ ਤੱਕ ਸੀਮਿਤ ਹੋ ਗਈ ਹੈ। ਮੈਂ ਨਹੀਂ ਕਹਿੰਦਾ ਤੁਸੀਂ, ਚਲੋ ਮੈਂ ਤਾਂ ਉਹਨਾਂ ਤੋਂ ਬਾਹਰ ਹੋ ਗਿਆ, ਜਿਹੜੇ ਪਾਰਟੀ ਦੇ ਅੰਦਰ ਵੀ ਹੈ ਬਹੁਤ ਸੀਨੀਅਰ ਲੀਡਰਸ਼ਿਪ, ਜਿਹੜੇ ਕਿਤੇ ਨਾ ਕਿਤੇ ਲੋਕਾਂ ਪ੍ਰਤੀ ਥੋੜਾ ਬਹੁਤ ਦਰਦ ਰੱਖਦੇ ਸੀ, ਉਹਨਾਂ ਨੂੰ ਵੀ ਬਾਹਰ ਕੀਤਾ ਜਾ ਰਿਹਾ। ਬੋਲਦੇ ਨਹੀਂ ਕਿਉਂਕਿ ਕਹਿੰਦੇ ਬਾਅਦ 'ਚ ਕਹਿ ਦਿੰਦੇ ਕਿ ਪਾਰਟੀ ਡਿਸਪਲਿਨ ਹੈਗਾ, ਅਸੀਂ ਬਾਹਰ ਬੋਲ ਨਹੀਂ। ਗੱਲ ਜਿਹੜੀ ਮੈਜੋਰਿਟੀ ਜਿਸ ਹੱਦ ਤੱਕ ਉਹਨਾਂ ਨੂੰ ਮਿਲਿਆ, ਉਹ ਮੈਜੋਰਿਟੀ ਦਾ ਗਰੂਰ ਹੈ ਮੋਦੀ ਸਾਹਿਬ 'ਤੇ, ਇਸ ਕਰਕੇ ਪਾਰਟੀ ਦੀ ਇੰਟਰਨਲ ਡੈਮੋਕ੍ਰੇਸੀ ਵੀ ਖਤਮ ਹੋ ਗਈ ਹੈ। ਇਹੀ ਕਾਰਨ ਹੈ, ਜਦੋਂ ਪਾਰਟੀ ਦੀ ਇੰਟਰਨਲ ਡੈਮੋਕ੍ਰੇਸੀ ਖਤਮ ਹੋ ਜੇ, ਤੁਸੀਂ ਜਿਹੜਾ ਫੀਡਬੈਕ ਹੈ, ਐਕਚੁਅਲ ਫੀਡਬੈਕ ਆਪਣੀ ਲੀਡਰਸ਼ਿਪ ਨੂੰ ਨਹੀਂ ਦੇ ਸਕਦੇ। ਇਹੀ ਕਾਰਨ ਰਿਹਾ ਕਿ ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਕਿ ਖੇਤੀ ਕਾਨੂੰਨ ਕਿੰਨੇ ਘਾਤਕ ਹੋਣਗੇ ਪੰਜਾਬ ਦੇ ਲਈ, ਇਸੇ ਕਰਕੇ ਜਿਹੜੀ ਇੱਥੇ ਦੀ ਲੋਕਲ ਲੀਡਰਸ਼ਿਪ ਵੀ ਸ਼ਾਇਦ ਉਹ ਦੱਸ ਹੀ ਨਹੀਂ ਸਕੀ ਉਹਨਾਂ ਨੂੰ। ਨਹੀਂ, ਦੇਖੋ ਇਹਦੇ 'ਚ 2 ਗੱਲਾਂ ਹੈ। ਜਦੋਂ ਤੱਕ ਲੋਕਲ ਲੀਡਰਸ਼ਿਪ ਦੀ ਗੱਲ ਹੈ, ਉਹਨਾਂ ਦੇ ਤਾਂ ਪੱਲੇ ਹੀ ਕੁਛ ਨਹੀਂ, ਉਹਨਾਂ ਨੇ ਤਾਂ ਕਦੀ ਉਹਨਾਂ ਨੂੰ ਸੱਚੀ ਗੱਲ ਦੱਸਣੀ ਨਹੀਂ। ਲੇਕਿਨ ਜਿਹੜਾ ਤੁਸੀਂ ਕਹਿ ਰਹੇ ਹੋ ਨਾ ਵੀ ਖੇਤੀ ਕਾਨੂੰਨਾਂ ਦੀ ਜਿਹੜੇ ਕੌਨਸੀਕੁਐਂਸਿਸ ਹੈ ਉਹਨਾਂ ਨੂੰ, ਨਾ ਇਹ ਸੋਚੀ ਸਮਝੀ ਸਾਜ਼ਿਸ਼ ਹੈ। ਇਹ ਖੇਤੀ ਦਾ ਜਿਹੜਾ ਪੂਰਾ ਢਾਂਚਾ, ਉਹ ਪ੍ਰਾਈਵੇਟਾਈਜੇਸ਼ਨ ਕਰਨ ਦੇ ਕੁਝ ਲੋਕ ਅਡਾਨੀ ਅੰਬਾਨੀ ਜਿਹੜੇ ਆ, ਉਹਨਾਂ ਦੇ ਹੱਥ 'ਚ ਦੇਣ ਦਾ ਇੱਕ ਸਾਜ਼ਿਸ਼ ਹੈ। ਉਹ ਤਾਂ ਸਾਫ਼ ਤੌਰ ਤੇ ਨਜ਼ਰ ਆ ਰਿਹਾ, ਬਿਲਕੁਲ ਉਹ ਤਾਂ ਸਾਫ਼ ਤੌਰ ਤੇ ਨਜ਼ਰ ਆ ਰਿਹਾ ਕਿ ਪੰਜਾਬ ਨੂੰ ਵੇਅਰ ਹਾਊਸ ਬਣਾ ਕੇ ਬਾਅਦ ਵਿੱਚ ਉਹਨਾਂ ਨੇ ਕਾਰਪੋਰੇਟ ਘਰਾਣੇ ਨੇ ਵਰਤਣਾ ਹੈਗਾ, ਇਹ ਸਾਰੀ ਤਜ਼ਾਰਤ ਚਲਾਉਣੀ ਹੈਗੀ। ਪਾਕਿਸਤਾਨ, ਇੱਧਰਲੀਆਂ ਅਰਬ ਕੰਟਰੀਆਂ ਹੋ ਗਈਆਂ, ਇੱਧਰੋਂ ਚੀਨ ਹੋ ਗਿਆ, ਉਹ ਉਹਨਾਂ ਦੇ ਪਲਾਨ ਦੇ ਏਜੰਡੇ ਦੇ ਹੇਠ ਹੈਗਾ। ਮੈਂ ਤੁਹਾਡੇ ਤੋਂ ਇਹ ਸਮਝਣ ਦੀ ਕੋਸ਼ਿਸ਼ ਕਰ ਰਿਹਾ ਕਿ ਬੀਜੇਪੀ ਦੇ ਵਿੱਚ ਰਹਿੰਦੇ ਹੋਏ ਤੁਹਾਡੇ ਸਾਹਮਣੇ ਬਹੁਤ ਸਾਰੀਆਂ ਚੀਜ਼ਾਂ ਇੱਦਾਂ ਦੀਆਂ ਆਈਆਂ ਹੋਣਗੀਆਂ, ਇਹ ਵੀ ਸਾਨੂੰ ਗੱਲਾਂ ਪਤਾ ਲੱਗਦੀਆਂ ਕਿ ਬੀਜੇਪੀ ਦੇ ਏਜੰਡੇ ਤੇ ਪੰਜਾਬ ਤਾਂ ਹੈ ਹੀ ਨਹੀਂ। ਜੇ ਪੰਜਾਬ ਤੋਂ ਕੋਈ ਲੀਡਰਸ਼ਿਪ ਜਾਂਦੀ ਹੈ ਨਾ, ਉਹਨਾਂ ਨੂੰ ਦਰਕਨਾਰ ਕਰਕੇ ਭੇਜਦੇ ਵੀ ਕਿੱਡੀ ਸਟੇਟ ਹੈ ਤੁਹਾਡੀ, ਤੁਸੀਂ ਤਾਂ ਬੋਲਣ ਦੇ ਕਾਬਿਲ ਨਹੀਂ ਹੈਗੇ ਸਾਡੇ ਸਾਹਮਣੇ, ਇਦਾਂ ਦੀਆਂ ਗੱਲਾਂ ਵੀ ਕਹਿ ਦਿੰਦੇ ਨੇ। ਹਾਂ, ਮੈਨੂੰ ਲੱਗਦਾ ਉਹ ਉਹਨਾਂ ਦੇ ਏਜੰਡੇ ਤੇ ਹੁਣ ਨਹੀਂ ਹੈ। ਜਦੋਂ ਦੇ ਵੈਸਟ ਬੰਗਾਲ ਹਾਰ ਗਏ ਉਸ ਤੋਂ ਬਾਅਦ ਤੇ ਬਿਲਕੁਲ ਨਹੀਂ ਹੈ।
ਇਹ ਤੇ ਬਿਲਕੁਲ ਠੀਕ ਗੱਲ ਹੈ ਤੁਹਾਡੀ ਵੀ ਪੰਜਾਬ ਉਹਨਾਂ ਦੇ ਏਜੰਡੇ ਤੇ ਨਹੀਂ ਹੈ। ਪੰਜਾਬ ਦੀ ਬਰਬਾਦੀ ਕਿਸ ਤਰ੍ਹਾਂ ਕਰਨੀ ਇਹ ਏਜੰਡੇ ਤੇ ਹੈਗਾ। ਪੰਜਾਬ ਦਾ ਜਿਹੜਾ ਢਾਂਚਾ, ਆਰਥਿਕ ਢਾਂਚਾ, ਉਹਨੂੰ ਪ੍ਰਾਈਵੇਟ ਹੱਥਾਂ 'ਚ ਕਿਸ ਤਰ੍ਹਾਂ ਦੇਣਾ ਇਹ ਉਹਨਾਂ ਦੇ ਏਜੰਡੇ ਤੇ ਆ। ਪੰਜਾਬ ਵਰਗੀ ਜਿਹੜੀ ਐਡੀ ਵਧੀਆ ਜ਼ਮੀਨ ਹੈ, ਉਹ ਪੰਜਾਬ ਦੇ ਜਿਹੜੇ ਲੋਕਾਂ ਦੀ ਖੁਸ਼ਹਾਲੀ ਹੈ ਉਹਨੂੰ ਕਿਸ ਤਰ੍ਹਾਂ ਇੱਕ ਗੁਲਾਮ ਬਣਾਉਣਾ ਹੈ ਕੁਝ ਲੋਕਾਂ ਦੇ, ਇਹ ਉਹਨਾਂ ਦੇ ਏਜੰਡੇ ਤੇ ਆ। ਪੰਜਾਬ ਦੇ ਲੋਕਾਂ ਦਾ ਵੈਲਫੇਅਰ ਏਜੰਡੇ ਤੇ ਨਹੀਂ। ਇੱਕ ਗੱਲ ਮੰਨਣ ਵਾਲੀ ਹੈ ਕਿ ਪੰਜਾਬੀਆਂ ਦੀ ਗੈਰਤ ਜਾਂ ਜ਼ਮੀਰ ਜਿਹੜੇ ਨੇ ਉਹ ਹਮੇਸ਼ਾ ਕਹਿੰਦੇ ਕਿ ਉਹਨਾਂ ਦੀ ਉਦਾਹਰਨ ਦਿੱਤੀ ਜਾਂਦੀ ਹੈ ਪੂਰੀ ਦੁਨੀਆ ਦੇ ਵਿੱਚ, ਕੁੱਲ ਦੁਨੀਆ ਦੇ ਵਿੱਚ ਕਹਿੰਦੇ ਆ ਕਿ ਜੇ ਜ਼ਮੀਰ ਜਾਗਦੇ ਨੇ ਤਾਂ ਪੰਜਾਬੀਆਂ ਦੇ ਜਾਗਦੇ ਨੇ। ਇਹਨਾਂ ਨੇ ਹੀ ਪਹਿਲਾਂ ਕ੍ਰਾਂਤੀ ਲਿਆਂਦੀ ਤੇ ਦੇਸ਼ ਨੂੰ ਆਜ਼ਾਦੀ ਮਿਲੀ। ਤੁਹਾਡੇ ਸੀਨੀਅਰ ਆਗੂ ਰਹੇ ਹਰਜੀਤ ਗਰੇਵਾਲ ਜਾਂ ਫਿਰ ਸੁਰਜੀਤ ਕੁਮਾਰ ਜੈਣੀ, ਉਹ ਲਗਾਤਾਰ ਕਿਸਾਨਾਂ ਦੇ ਖਿਲਾਫ ਬੋਲ ਰਹੇ ਨੇ, ਉਹ ਲਗਾਤਾਰ ਉਹਨਾਂ ਨੂੰ ਮਾੜਾ ਕਹਿ ਰਹੇ ਨੇ। ਉਹ ਕਹਿੰਦੇ ਨੇ ਆਪਣੇ ਨਿੱਜੀ ਮਫਾਦਾਂ ਕਰਕੇ ਨੁਕਸਾਨ ਕਰਾ ਰਹੇ ਨੇ ਪੂਰੇ ਪੰਜਾਬ ਦਾ। ਇਹ ਜਿਹੜੇ ਆਗੂ ਨੇ, ਤੁਹਾਡਾ ਵੀ ਰਾਬਤਾ ਹੋਣਾ ਉਹਨਾਂ ਦੇ ਨਾਲ? ਦੇਖੋ ਗੱਲ ਇਹ ਹੈ ਵੀ ਹਰਜੀਤ ਗਰੇਵਾਲ ਹੁਣ ਦਾ ਜਿਸ ਤੱਕ ਤਾਲੁਕ ਹੈ ਉਹ ਸਿਰਫ ਤੇ ਸਿਰਫ ਸੁਰਖੀਆਂ 'ਚ ਰਹਿਣ ਵਾਸਤੇ, ਆਪਣੀ ਇੰਪੋਰਟੈਂਸ ਬਣਾਉਣ ਵਾਸਤੇ, ਕਿਉਂਕਿ ਉਹ ਭਾਜਪਾ 'ਚ ਪਿਛਲੇ ਲੰਮੇ ਸਮੇਂ ਤੋਂ ਉਹਨਾਂ ਨੂੰ ਕੋਈ ਉਹਨਾਂ ਦੀ ਪੁੱਛ ਪੜਤਾਲ ਨਹੀਂ ਹੋ ਰਹੀ ਸੀ। ਜੇ ਤੁਸੀਂ ਕਿਸਾਨੀ ਅੰਦੋਲਨ ਤੋਂ ਪਿੱਛੇ ਦੇਖੋਗੇ ਨਾ, ਉਸ ਤੋਂ ਪਹਿਲਾਂ ਹਰਜੀਤ ਗਰੇਵਾਲ ਸਾਈਡ ਲਾਈਨ ਸੀਗੇ, ਉਹਨਾਂ ਨੂੰ ਪੁੱਛ ਨਹੀਂ ਰਿਹਾ ਸੀ। ਉਹਨਾਂ ਨੂੰ ਬੜੀ ਉਮੀਦ ਸੀ ਸੈਂਟਰ 'ਚ ਉਹਨਾਂ ਨੂੰ ਕੋਈ ਪੋਜੀਸ਼ਨ ਮਿਲ ਜੂਗੀ, ਨਹੀਂ ਮਿਲੀ। ਉਹ ਸਿਰਫ ਤੇ ਸਿਰਫ ਜਿਹੜੀ ਅੱਗ ਲਾਉਣ ਦਾ ਕੰਮ ਕਰ ਰਹੇ ਨਾ ਪੰਜਾਬ 'ਚ, ਉਹ ਆਪਣੇ ਆਪ ਨੂੰ ਇੰਪੋਰਟੈਂਸ ਪਾਰਟੀ 'ਚ ਬਣੇ ਤੇ ਮੈਨੂੰ ਕੋਈ ਫੀਤੀ ਲੱਗ ਜੇ ਇਹਦੇ ਲਈ ਕਰ ਰਹੇ ਆ, ਔਰ ਇਹ ਬੜਾ ਘਾਤਕ ਹੋਣ ਵਾਲਾ। ਤੇ ਉਮੀਦ ਤਾਂ ਨਹੀਂ ਕਰੀ ਬੈਠੇ ਉਹ ਪੰਜਾਬ ਦੇ ਵਿੱਚ, ਪੰਜਾਬ ਦੇ ਸੀਐਮ ਦੇ ਚਿਹਰੇ ਵਜੋਂ ਆਪਣੇ ਆਪ ਨੂੰ ਦੇਖ ਤਾਂ ਨਹੀਂ ਰਹੇ? ਪੰਜਾਬ ਦੇ ਸੀਐਮ ਤੇ ਬਹੁਤ ਬਾਹਰ ਦੀ ਗੱਲ ਹੈ। ਜਦੋਂ ਤੁਸੀਂ ਲੋਕਾਂ 'ਚ ਜਾਣ ਜੋਗੇ ਨਹੀਂ ਹੋ, ਤੁਸੀਂ ਜਾਣ ਦੀ ਕੋਸ਼ਿਸ਼ ਵੀ ਨਹੀਂ ਕਰਦੇ। ਜੇ ਤੁਹਾਡਾ ਕੋਈ ਬੰਦਾ ਜਾਂਦਾ ਹੈ ਤੇ ਉਹਨੂੰ ਲੋਕ ਇੱਕ ਮੀਟਿੰਗ ਤੱਕ ਕਰਨ ਨਹੀਂ ਦੇ ਰਹੇ, ਇੰਨਾ ਗੁੱਸਾ ਹੈ। ਔਰ ਇਹਨਾਂ ਦੀ ਬਿਆਨਬਾਜ਼ੀ ਜਿਹੜੀ ਆ ਉਹ ਸਭ ਤੋਂ ਵੱਡਾ ਕਾਰਨ ਹੈ। ਜਿਹੜੇ ਬੀਜੇਪੀ 'ਚ ਕੋਈ ਚੰਗੇ ਲੋਕ ਵੀ ਹੈ, ਉਹ ਵੀ ਵਿਚਾਰੇ ਸ਼ਰਮਿੰਦਗੀ ਮਹਿਸੂਸ ਕਰ ਰਹੇ ਹੋ ਇਹਨਾਂ ਦੇ ਬਿਆਨਬਾਜ਼ੀ ਕਰਕੇ। ਭਾਈ ਜਿੱਦਾਂ ਤੁਸੀਂ ਦੱਸਿਆ ਕਿ ਪਹਿਲਾਂ ਤਾਂ ਡਿਸੀਜਨ ਮੇਕਿੰਗ ਦੇ ਵਿੱਚ ਨਹੀਂ ਸੀ, ਬਾਅਦ ਵਿੱਚ ਹੌਲੀ ਹੌਲੀ ਆਏ। ਏਜੰਡੇ ਤੇ ਕੀ ਹੈ, ਚੱਲ ਕੀ ਰਿਹਾ ਹੁਣ ਬੀਜੇਪੀ ਦੇ ਦਰਮਿਆਨ? ਕੀ ਆਉਣ ਵਾਲੇ ਦਿਨਾਂ ਦੇ ਵਿੱਚ ਕਾਨੂੰਨ ਰੱਦ ਕਰ ਸਕਦੇ ਨੇ, ਜਾਂ ਇਹਨਾਂ ਦੀ ਪੂਰੀ ਤਿਆਰੀ ਹੈ, ਕਲੀਅਰ ਹੈ ਵੀ ਇਹ ਕਾਨੂੰਨ ਵਾਪਸ ਨਹੀਂ ਲੈਣੇ? ਦੇਖੋ ਬੀਜੇਪੀ ਦੇ ਏਜੰਡੇ ਤੇ ਦੇਸ਼ ਦਾ ਸਾਰਾ ਜਿਹੜਾ ਸਰਮਾਇਆ, ਰਿਸੋਰਸ ਹੈ, ਉਹਨੂੰ ਕੁਝ ਲੋਕਾਂ ਦੇ ਹੱਥ 'ਚ ਜਿਹੜਾ ਹੈ ਸੀਮਿਤ ਕਰ ਦੇਣਾ। ਵੋਟ ਬੈਂਕ ਦੀ ਪੋਲਿਟਿਕਸ ਧਾਰਮਿਕ ਔਰ ਜਾਤ ਪਾਤ 'ਚ ਵੰਡ ਕੇ, ਧਾਰਮਿਕ ਕੱਟੜਤਾ ਤੇ ਵੰਡ ਕੇ ਕਿਤੇ ਨਾ ਕਿਤੇ ਸੱਤਾ ਤੇ ਰਹਿਣਾ। ਜਿਹੜੇ ਡੈਮੋਕ੍ਰੈਟਿਕ ਇੰਸਟੀਟਿਊਸ਼ਨਸ ਹੈ, ਸਾਡੇ ਸੰਵਿਧਾਨਿਕ ਸੰਸਥਾਵਾਂ ਹੈ, ਉਹਨਾਂ ਤੇ ਕਬਜ਼ਾ ਕਰਨਾ। ਔਰ ਹੋ ਵੀ ਰਿਹਾ ਹੈ, ਜਿਸ ਤਰੀਕੇ ਨਾਲ ਇਲੈਕਸ਼ਨ ਕਮਿਸ਼ਨ ਦਾ ਬਿਹੇਵੀਅਰ ਸਾਹਮਣੇ ਆ ਰਿਹਾ ਹੈ, ਔਰ ਹੋਰ ਬਾਕੀ ਵੀ ਮੈਂ ਆਉਣ ਵਾਲੇ ਟਾਈਮ ਦੱਸ ਸਕਦਾ ਹਾਂ ਵੀ ਇੰਸਟੀਟਿਊਸ਼ਨਸ, ਈਵਨ ਜੁਡੀਸ਼ਰੀ ਤੇ ਕਈ ਤਰ੍ਹਾਂ ਦੇ ਸਵਾਲ ਉੱਠਦੇ ਆ। ਜਿਸ ਤਰੀਕੇ ਨਾਲ ਚੀਫ ਜਸਟਿਸ ਆਫ ਇੰਡੀਆ ਅਗਲੇ ਦਿਨ ਰਾਜ ਸਭਾ ਲੈ ਲੈਂਦਾ ਹੈ, ਤਾਂ ਇਹ ਲੱਗਦਾ ਹੈ ਵੀ ਇੰਸਟੀਟਿਊਸ਼ਨਸ ਨੂੰ ਖਤਮ ਕਰਨਾ ਚਾਹੁੰਦੇ ਆ। ਤਾਂ ਲੋਕਾਂ 'ਚ ਧਾਰਮਿਕ ਕੱਟੜਤਾ ਦੀ ਪ੍ਰਵਿਰਤੀ ਪਾ ਕੇ ਇੱਕ ਵਿਸ਼ੇਸ਼ ਵਰਗ ਨੂੰ, ਲੇਕਿਨ ਮੈਂ ਇਹ ਤੇ ਕਹਿੰਦਾ ਵਿਸ਼ੇਸ਼ ਵਰਗ ਨੂੰ ਬਹਿਲਾ ਕੇ ਵੋਟਾਂ ਦੀ ਰਾਜਨੀਤੀ, ਸੱਤਾ ਤੇ ਰਹਿਣਾ ਚਾਹੁੰਦੇ। ਲੇਕਿਨ ਮੈਂ ਤੁਹਾਡੇ ਕੈਮਰੇ ਤੇ ਕਹਿ ਰਿਹਾ, ਜਿੰਨਾ ਮੋਦੀ ਨੇ ਹਿੰਦੂਤਵ ਦੇ ਨਾਂ ਤੇ ਹਿੰਦੂਆਂ ਦਾ ਨੁਕਸਾਨ ਕੀਤਾ, ਜਿੰਨਾ ਮਾਇਆਵਤੀ ਨੇ ਦਲਿਤਾਂ ਦੀ ਪੋਲਿਟਿਕਸ ਤੇ ਦਲਿਤਾਂ ਦਾ ਨੁਕਸਾਨ ਕੀਤਾ, ਦਲਿਤ ਭਰਾਵਾਂ ਦਾ, ਉਨਾ ਹੀ ਪੰਜਾਬ 'ਚ ਬਾਦਲਾਂ ਨੇ ਸਿੱਖ ਪੰਥ ਦੀ ਰਾਜਨੀਤੀ ਕਰਕੇ ਸਿੱਖਾਂ ਦਾ ਨੁਕਸਾਨ ਕੀਤਾ ਹੈ। ਲੇਕਿਨ ਹੁਣ ਲੋਕ ਇਹਨਾਂ ਨੂੰ ਜਾਣ ਗਏ ਆ, ਇਹ ਤਿੰਨਾਂ ਨੂੰ ਜਾਣ ਗਏ ਆ। ਭਾਈ ਅਖੀਰ ਤੇ ਤੁਹਾਡੇ ਤੋਂ ਸਵਾਲ ਬਹੁਤ ਜ਼ਰੂਰੀ ਹੈਗਾ, ਕਿਉਂਕਿ ਕੋਈ ਵੀ ਬੰਦਾ ਜੇ ਕੋਈ ਕੰਮ ਕਰ ਰਿਹਾ ਹੈਗਾ ਲੀਡਰ ਤੌਰ ਤੇ, ਜਾਂ ਜਿਵੇਂ ਤੁਸੀਂ ਦੱਸਿਆ ਕਿ ਅਸੀਂ ਪੋਲਿਟਿਕਸ ਦੇ ਲੈਵਲ ਤੇ ਲਗਾਤਾਰ ਕੰਮ ਕਰਦੇ ਆ ਰਹੇ ਹਾਂ, ਐਕਟਿਵਿਸਟ ਰਹੇ ਹੋ, ਆਸ ਹੁੰਦੀ ਹੈ ਹਰੇਕ ਬੰਦੇ ਨੂੰ ਕਿ ਅਸੀਂ ਇਸ ਪਾਰਟੀ ਨੂੰ ਜੁਆਇਨ ਕਰ ਰਹੇ ਹਾਂ ਤਾਂ ਸਾਨੂੰ ਕੋਈ ਨਾ ਕੋਈ ਅਹੁਦਾ ਮਿਲੇਗਾ। ਕਿ ਇਸ ਆਸ ਨਾਲ ਆਮ ਆਦਮੀ ਪਾਰਟੀ 'ਚ ਹੈ? ਦੇਖੋ ਮੈਂ ਪਹਿਲੇ ਦਿਨ ਤੋਂ ਕਹਿੰਦਾ ਵੀ ਪੋਲਿਟਿਕਸ ਸਾਨੂੰ ਕਰਨੀ ਚਾਹੀਦੀ ਹੈ, ਹਰੇਕ ਚੈਨਲ ਤੇ ਮੈਂ ਕਹਿੰਦਾ। ਪਾਰਟੀਆਂ ਨਾਲ ਜਦੋਂ ਤੁਸੀਂ ਜੁੜਦੇ ਹੋ ਤਾਂ ਤੁਸੀਂ ਆਪਣੀ ਸ਼ਰਤ ਰੱਖ ਕੇ ਨਹੀਂ, ਮੇਰੇ ਤੇ ਸਵਾਜ ਹੈ ਨਹੀਂ। ਪਾਰਟੀ ਨੇ ਵੀ ਮੈਨੂੰ ਅਪਰੋਚ ਕੀਤਾ ਸੀ, ਮੈਨੂੰ ਵੀ ਲੱਗਿਆ ਵੀ ਕਿਤੇ ਨਾ ਕਿਤੇ ਮੇਰੇ ਐਕਟਿਵਿਜ਼ਮ ਦੇ ਨੇੜੇ ਆ। ਮੈਨੂੰ ਇਹ ਵੀ ਲੱਗਿਆ ਵੀ ਪੰਜਾਬ ਨੂੰ ਲੋੜ ਹੈ ਅੱਜ ਇਹੋ ਜਿਹੀ ਪੋਲੀਟੀਕਲ ਕਲਾਸ ਦੀ, ਤੇ ਸਾਨੂੰ ਇਹ 'ਚ ਜੁੜਨਾ ਚਾਹੀਦਾ। ਆਉਣ ਵਾਲੇ ਟਾਈਮ 'ਚ ਪਾਰਟੀ ਕਿਹੋ ਜਿਹਾ ਰੋਲ ਅਦਾ ਕਰਦੀ, ਇਹ ਆਰਗੇਨਾਈਜੇਸ਼ਨ, ਪਾਰਟੀ ਦੇ ਜਿਹੜਾ ਆਰਗੇਨਾਈਜੇਸ਼ਨ ਸਟਰਕਚਰ ਹੈ ਜਾਂ ਉਹਦੀ ਜਥੇਬੰਦਕ ਢਾਂਚਾ ਆ, ਉਹਦੀ ਜ਼ਿੰਮੇਵਾਰੀ ਹੈ। ਜਿਹੜਾ ਵੀ ਰੋਲ ਦੇਣਗੇ ਆਪਾਂ ਕਰਾਂਗੇ, ਉਸ ਹਿਸਾਬ ਨਾਲ ਨਿਭਾਉਂਗੇ। ਪਰ ਆਸ ਤਾਂ ਹੁੰਦੀ ਹੈ ਨਾ ਕਿ ਜੇ ਮੈਨੂੰ ਇਸ ਇਲਾਕੇ ਦੇ ਵਿੱਚੋਂ, ਇਸ ਹਲਕੇ ਦੇ ਵਿੱਚੋਂ ਉਤਾਰਦੇ ਨੇ, ਇੰਚਾਰਜ ਲਾਉਂਦੇ ਨੇ, ਮੈਂ ਜ਼ਿੰਮੇਵਾਰੀ ਨਿਭਾਉਂਗਾ। ਦੇਖੋ ਮੈਂ ਇਲੈਕਟੋਰਲ ਪੋਲਿਟਿਕਸ 'ਚੋਂ ਨਿਕਲਿਆ, ਤੇ ਜੇ ਮੈਂ ਝੂਠ ਬੋਲਾਂ ਤੁਹਾਡੇ ਕੈਮਰੇ ਤੇ, ਮੈਨੂੰ ਤਾਂ ਕੋਈ ਮਨਸ਼ਾ ਨਹੀਂ ਇਲੈਕਸ਼ਨ ਲੜਨ ਦੀ, ਕਿਉਂ ਨਹੀਂ ਹੈਗੀ। ਪਰ ਇਹ ਪਾਰਟੀ ਨੇ ਤੈਅ ਕਰਨਾ ਹੁੰਦਾ ਹੈ ਵੀ ਕਿਹੜੇ ਪਾਰਟੀ ਦੇ ਵਰਕਰ ਨੂੰ ਕਿਹੋ ਜਿਹਾ ਰੋਲ ਦੇਣਾ, ਇਹ ਉਹਨਾਂ ਨੇ ਦੇਣਾ। ਨਹੀਂ, ਇਹ ਤਾਂ ਉਹਨਾਂ 'ਤੇ ਨਿਰਭਰ ਕਰਦਾ। ਮੈਂ ਵੈਸੇ ਦੱਸ ਰਿਹਾ ਕਿ ਤੁਹਾਡਾ ਹੋਲਡ ਆਪਣੇ, ਮੈਂ ਤੇ ਇਲੈਕਸ਼ਨ ਜਿੱਤ ਕੇ 2 ਵਾਰ ਮੈਂ ਯੂਨੀਵਰਸਿਟੀ ਦਾ ਇਲੈਕਸ਼ਨ ਜਿੱਤਿਆ, ਮੈਂ 2 ਵਾਰ ਗ੍ਰੈਜੂਏਟ ਕਾਂਸਟੀਟਿਊਂਸੀ ਆਜ਼ਾਦ ਇਲੈਕਸ਼ਨ ਜਿੱਤਿਆ, ਸਿੰਡੀਕੇਟ ਦਾ ਇਲੈਕਸ਼ਨ ਜਿੱਤਿਆ। ਆਰਗੇਨਾਈਜੇਸ਼ਨ ਜਿਹੜੀ ਪਾਰਟੀ ਦਾ ਢਾਂਚਾ ਸਮਝਣ ਵਾਸਤੇ 10 ਸਾਲ ਉਹਨਾਂ ਦੀ ਸੰਗਠਨ 'ਚ ਕੰਮ ਕੀਤਾ, ਤਾਂ ਮੈਨੂੰ ਤੇ ਹਰ ਤਰ੍ਹਾਂ ਦਾ ਐਕਸਪੀਰੀਅੰਸ। ਆਪਣੇ ਹਲਕੇ 'ਚ ਜਾਂ ਮੋਹਾਲੀ 'ਚ?
ਹਾਂਜੀ ਮੈਂ ਇਹ ਪੁੱਛ ਰਿਹਾ ਕਿ ਆਪਣੇ ਹਲਕੇ 'ਚੋਂ ਲੜਨ ਦੀ ਮੈਂ ਪੰਜਾਬ 'ਚ ਲੈਵਲ ਤੇ ਕੰਮ ਕਰਦਾ ਰਿਹਾ ਹਜੇ ਤੱਕ। ਇਹ ਤੇ ਪਾਰਟੀ ਨੇ ਤੈਅ ਕਰਨਾ ਰੋਲ ਅਗਲੇ ਆਉਣ ਵਾਲੇ ਟਾਈਮ 'ਚ ਕਿਸ ਤਰ੍ਹਾਂ ਦਾ ਦਿੰਦੇ ਆ। ਜਾਂ ਮੋਹਾਲੀ ਦੇ, ਕਿਉਂਕਿ ਚੰਡੀਗੜ੍ਹ ਮੋਹਾਲੀ ਦੇ ਨੇੜੇ ਪੈਂਦਾ, ਤਾਂ ਮੈਂ ਕਿ ਨਹੀਂ ਮੋਹਾਲੀ ਤੇ ਮੇਰੀ ਰੈਸ਼ ਹੈ, ਲੇਕਿਨ ਪੋਲੀਟੀਕਲ ਵਰਕਰ ਦਾ ਰੋਲ ਪਾਰਟੀ 'ਚ ਕਿਸ ਤਰੀਕੇ ਦਾ ਹੋ ਸਕਦਾ, ਉਹਦੀ ਕੀ ਉਪਯੋਗਤਾ ਹੋ ਸਕਦੀ ਆ, ਉਹਦਾ ਆਊਟਪੁੱਟ ਕਿਸ ਤਰ੍ਹਾਂ ਕਿੱਥੇ ਦੇ ਸਕਦਾ, ਇਹ ਪਾਰਟੀ ਲੀਡਰਸ਼ਿਪ ਨੇ ਤੈਅ ਕਰਨਾ। ਬਈ ਅਖੀਰਲਾ ਸਵਾਲ, ਜਿੱਦਾਂ ਹੁਣ ਤੁਸੀਂ ਦੱਸ ਰਹੇ ਹੋ ਕਿ ਲੰਮਾ ਸਮਾਂ ਹੋ ਗਿਆ ਗੱਲਬਾਤ ਪੋਲਿਟਿਕਸ ਦੇ ਵਿੱਚ, ਲਗਾਤਾਰ ਤੁਸੀਂ ਨੌਜਵਾਨਾਂ ਨੂੰ ਵੀ ਪ੍ਰੇਰਿਤ ਕਰਦੇ ਹੋ ਆਪਣੇ ਸਮੇਂ ਤੇ ਕਿ ਆਉਣਾ ਚਾਹੀਦਾ, ਕਿਉਂਕਿ ਜੇ ਅਸੀਂ ਆਏ ਨਾ ਦੂਰੋਂ ਕਹੀ ਗਏ ਵੀ ਹਾਂ ਦੂਰੋਂ ਗੱਲ, ਉਹਦਾ ਕੋਈ ਫਾਇਦਾ ਨਹੀਂ ਹੁੰਦਾ। ਹੁਣ ਜਿਸ ਤਰੀਕੇ ਨਾਲ ਵਾਅਦੇ ਹੁੰਦੇ ਨੇ, ਮੈਂ ਹਰ ਥਾਂ ਤੇ ਸਵਾਲ ਚੱਕਣ ਦੀ ਕੋਸ਼ਿਸ਼ ਕਰ ਰਿਹਾ ਕਿ ਜਿਹੜੇ ਵਾਅਦੇ ਹੁੰਦੇ ਨੇ ਤਾਂ ਲੱਗਦਾ ਕਿ ਲੀਗਲ ਡਾਕੂਮੈਂਟ ਬਣਨਾ ਚਾਹੀਦਾ ਹੈ। ਜਿੰਨੇ ਵੀ ਭਰੋਸੇ ਦਿੱਤੇ ਜਾਂਦੇ ਨੇ, ਹੁਣ ਅਰਵਿੰਦ ਕੇਜਰੀਵਾਲ ਵੀ ਗਰੰਟੀਆਂ ਦੇ ਗਏ ਨੇ, ਤੇ ਲੀਗਲ ਡਾਕੂਮੈਂਟ ਹੋਣੇ ਚਾਹੀਦੇ। ਮੈਨੂੰ ਲੱਗਦਾ ਹੈ ਵੀ ਇਹ 'ਤੇ ਚੈੱਕ ਜ਼ਰੂਰ ਲੱਗਣਾ ਚਾਹੀਦਾ ਹੈ। ਇਹ ਜਿਹੜੇ ਲੀਗਲ ਡਾਕੂਮੈਂਟ ਬਣ ਜਾਏ ਤਾਂ ਹੋਰ ਵਧੀਆ ਹੈ, ਬਿਲਕੁਲ ਬਣਨਾ ਚਾਹੀਦਾ ਹੈ, ਲੇਕਿਨ ਜਵਾਬਦੇਹੀ ਤੈਅ ਹੋਣੀ ਚਾਹੀਦੀ ਪੋਲੀਟੀਕਲ ਕਲਾਸ ਦੀ। ਐਵੇਂ ਨਹੀਂ ਵੀ ਛੱਡੀ ਜਾਓ ਕੈਪਟਨ ਸਾਹਿਬ ਵਾਂਗੂ ਸਹੁੰਆਂ ਖਾ ਕੇ ਤੇ ਭਰਮਾ ਲਿਆ ਤੇ ਹੁਣ ਪਿਛਲੇ 4.5 ਸਾਲ ਤੋਂ ਸਾਰ ਹੀ ਨਹੀਂ ਲਈ ਪੰਜਾਬ ਦੇ ਲੋਕਾਂ ਦੀ, ਔਰ ਪੰਜਾਬ ਜਿਹੜਾ ਗਰਕਦਾ ਜਾ ਰਿਹਾ, ਤਾਂ ਇਹ 'ਤੇ ਚੈੱਕ ਜ਼ਰੂਰ ਲੱਗਣਾ ਚਾਹੀਦਾ। ਸੋ ਇਹ ਸਾਨੂੰ ਮਲਵਿੰਦਰ ਸਿੰਘ ਕੰਗ, ਆਮ ਆਦਮੀ ਪਾਰਟੀ ਦਾ ਝਾੜੂ ਫਿਰਿਆ। ਸਾਫ਼ ਤੌਰ ਤੇ ਕਹਿੰਦੇ ਨੇ ਕੋਈ ਐਜ਼ ਸੱਚ ਇੱਛਾ ਨਹੀਂ ਹੈਗੀ ਚੋਣ ਲੜਨ ਦੀ, ਪਰ ਜੇ ਪਾਰਟੀ ਜ਼ਿੰਮੇਵਾਰੀ ਦਿੰਦੀ ਹੈ ਤਾਂ ਉਸ ਤਰੀਕੇ ਨਾਲ ਜ਼ਿੰਮੇਵਾਰੀ ਜ਼ਰੂਰ ਨਿਭਾਈ ਜਾਵੇਗੀ। ਸਾਫ਼ ਤੌਰ ਤੇ ਕਹਿੰਦੇ ਨੇ ਕਿ ਬੀਜੇਪੀ ਦੇ ਏਜੰਡੇ ਤੇ ਪੰਜਾਬ ਨਹੀਂ ਹੈਗਾ। ਸਾਫ਼ ਤੌਰ ਤੇ ਕਹਿੰਦੇ ਨੇ ਕਿ ਬਹੁਤ ਸਾਰੀਆਂ ਚੀਜ਼ਾਂ ਇਸ ਵੇਲੇ ਬੀਜੇਪੀ ਦੇ ਏਜੰਡੇ ਤੇ ਹਨ, ਜਿਹੜੀਆਂ ਸਿੱਧੇ ਤੌਰ ਤੇ ਪੰਜਾਬ ਦੇ ਵਿੱਚ ਡਿਸਟਰਬੈਂਸ ਪੈਦਾ ਕਰਨ ਵਾਲੀਆਂ ਨੇ, ਤੇ ਉਹਨਾਂ ਤੋਂ ਪੰਜਾਬੀਆਂ ਨੂੰ ਵੀ ਸੁਚੇਤ ਰਹਿਣਾ ਚਾਹੀਦਾ। ਫਿਲਹਾਲ 2022 ਦੇ ਵਿੱਚ ਕਿਹੋ ਜਿਹੀ ਸਿਆਸਤ ਸਾਹਮਣੇ ਆਉਂਦੀ ਹੈ, ਲੋਕ ਕਿਸ ਦੇ ਹੱਕ ਦੇ ਵਿੱਚ ਜਿੱਤ ਦਾ ਫਤਵਾ ਸੁਣਾਉਂਦੇ ਨੇ, ਹਾਲੇ ਸਮਾਂ ਪਿਆ ਹੈਗਾ, ਪਰ ਉਸ ਤੋਂ ਪਹਿਲਾਂ ਜਿਹੜੇ ਬਦਲਾਅ ਆ ਰਹੇ ਨੇ ਪੰਜਾਬ ਦੀ ਸਿਆਸਤ ਦੇ ਵਿੱਚ, ਪਲ ਪਲ ਦੀ ਖਬਰ ਤੁਹਾਡੇ ਤੱਕ ਪਹੁੰਚਦੀ ਕਰਾਂਗੇ। ਫਿਲਹਾਲ ਤੁਹਾਡੇ ਤੋਂ ਅੱਗੇ ਲੈਂਦੇ ਹਾਂ ਸਹਿਯੋਗੀ ਰਮਨੀਤ ਦੇ ਨਾਲ ਹਰਦੀਪ ਸਿੰਘ ਭੋਗਲ, ਸਪੋਕਸਮੈਨ ਟੀਵੀ, ਚੰਡੀਗੜ੍ਹ।